ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਕੇ ਫੈਨ ਵਿੱਚ। ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਲਈ ਨੈਬ ਤਹਿਸੀਲਦਾਰ ਐਗਜ਼ਾਮ ਸੀਰੀਜ਼ ਦਾ ਪਾਰਟ 15 ਲੈ ਕੇ ਆ ਰਿਹਾ, ਪਾਰਟ 15। ਸੋ ਪਾਰਟ 14 ਦੇ ਵਿੱਚ ਕੀ ਹੈ, ਮੈਂ ਆਲਰੇਡੀ ਤੁਹਾਨੂੰ ਫਸਟ 7 ਕੁਐਸਚਨਸ ਕਰਵਾ ਦਿੱਤੇ ਸੋ ਇਸ PDF ਦੇ। ਸੋ ਅੱਜ ਪਾਰਟ 15 ਦੇ ਵਿੱਚ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ 8 ਨੰਬਰ ਕੁਐਸਚਨ ਤੋਂ, ਠੀਕ ਹੈ। ਸੋ 8 ਨੰਬਰ ਕੁਐਸਚਨ ਕੀ ਹੈਗਾ, ਕਿਹੜੀ ਸੰਸਥਾ जिसने कि ग्रीन प्रोपल्शन तकनीक बनाई है, ठीक है। सो किहड़ी संस्था ने बनाई है ग्रीन प्रोपल्शन। ये जिहड़ी ग्रीन प्रोपल्शन स्कीम है ਜਾਂ तकनीक है, ਇਹਦੇ ਨਾਲ ਕੀ ਹੈ, ਜਦੋਂ ਕੋਈ ਮਿਜ਼ਾਈਲ ਵਗੈਰਾ ਲਾਂਚ ਕਰਦੇ ਆ ਵਾਤਾਵਰਨ ਦੇ ਉੱਪਰ ਕੋਈ ਵੀ ਬੈਡ ਇਫੈਕਟ ਨਹੀਂ ਪਏਗਾ, ਬੁਰਾ ਪ੍ਰਭਾਵ ਨਹੀਂ ਪਏਗਾ, ਠੀਕ ਹੈ। ਸੋ ਇਸ ਤਕਨੀਕ ਨੂੰ ਬੋਲਦੇ ਆ ਗ੍ਰੀਨ ਪ੍ਰੋਪਲਸ਼ਨ, ਠੀਕ ਹੈ। ਇਹ ਜਿਹੜੀ ਤਕਨੀਕ ਬਣਾਈ ਹੈ ਇਸਰੋ ਨੇ ਬਣਾਈ ਹੈ। ਇਸਰੋ ਦੀ ਤੁਹਾਨੂੰ ਫੁੱਲ ਫਾਰਮ ਜ਼ਰੂਰ ਪਤਾ ਹੋਣੀ ਚਾਹੀਦੀ। ਇਸਰੋ ਦੀ ਫੁੱਲ ਫਾਰਮ ਹੈਗੀ ਹੈ ਇੰਡੀਅਨ ਸਪੇਸ रिसर्च ऑर्गेनाइजेशन, ठीक है जी, इंडियन स्पेस रिसर्च ऑर्गेनाइजेशन। और ये जी तकनीक है ग्रीन प्रोपल्शन, ये गगनयान दे विच वरती जाएगी, ठीक है। गगनयान ਜਿਹੜੇ ਕੋਈ ਸੈਟੇਲਾइट्स ਨੂੰ ਲੈ ਕੇ ਜਾਣ ਵਾਲਾ ਵਹੀਕਲ ਹੁੰਦਾ ਉਹਨੂੰ ਬੋਲਦੇ ਯਾਨ। ਯਾਨ ਮੀਨਸ ਵਹੀਕਲ, ਠੀਕ ਹੈ। ਉਸਦਾ ਨਾਮ ਰੱਖਿਆ ਇਹਨਾਂ ਨੇ ਗਗਨਯਾਨ ਦੇ ਵਿੱਚ ਇਹ ਗ੍ਰੀਨ ਪ੍ਰੋਪਲਸ਼ਨ ਜਿਹੜੀ ਕਿ ਵਰਤੀ ਜਾਏਗੀ। ਔਰ ਇਸਰੋ ਦਾ ਹੈੱਡਕੁਆਟਰ ਕਿੱਥੇ? ਇਸਰੋ ਦਾ ਹੈੱਡਕੁਆਟਰ ਹੈਗਾ ਜੀ ਬੈਂਗਲੁਰੂ ਦੇ ਵਿੱਚ। ਪਹਿਲਾਂ ਇਸ ਨੂੰ ਬੋਲਦੇ ਹੁੰਦੇ ਸੀ ਬੰਗਲੌਰ ਦਾ ਨਵਾਂ ਨਾਮ ਰੱਖਿਆ ਹੈ ਬੈਂਗਲੁਰੂ, ਠੀਕ ਹੈ ਜੀ। ਔਰ ਇਸਰੋ ਦੇ ਚੇਅਰਮੈਨ ਜ਼ਰੂਰ ਪਤਾ ਹੋਣਾ ਚਾਹੀਦਾ, ਇੰਪੋਰਟੈਂਟ ਕੁਐਸਚਨ ਹੈ ਇਹ। ਇਸਰੋ ਦੇ ਚੇਅਰਮੈਨ ਹੈਗੇ ਕੇ ਸਿਵਾਨ, ਠੀਕ ਹੈ। ਕੇ ਸਿਵਾਨ ਇਹ ਹੈਗੇ ਇਸਰੋ ਦੇ ਚੇਅਰਮੈਨ। ਔਰ ਜਿਹੜੇ ਸਾਡੇ PM ਮੋਦੀ ਨੇ, ਠੀਕ ਹੈ, ਇਹਨਾਂ ਨੇ ਇੱਕ ਕੀ ਹੈ ਪੋਰਟਲ ਲਾਂਚ ਕੀਤਾ ਜਿਸ ਦਾ ਨਾਮ ਹੈਗਾ ਗਲੋਬਲ ਪ੍ਰਵਾਸੀ ਰਿਸ਼ਤਾ ਪੋਰਟਲ, ਠੀਕ ਹੈ। ਇਹ ਜਿਹੜਾ ਹੈਗਾ ਗਲੋਬਲ ਪ੍ਰਵਾਸੀ ਕਹਿੰਦੇ ਕਿ ਉਹ ਵਾਲੇ ਸਾਡੇ ਇੰਡੀਅਨ ਜਿਹੜੇ ਕੀ ਆ ਇੰਡੀਅਨ ਲੋਕ ਨੇ ਜਿਹੜੇ ਕਿ ਬਾਹਰ ਰਹਿੰਦੇ ਨੇ ਕਿਸੇ ਫੋਰਨ ਕੰਟਰੀ ਦੇ ਵਿੱਚ, ਉਹ ਸਾਡੇ ਲਈ ਹੋ ਜਾਂਦੇ ਆ ਪ੍ਰਵਾਸੀ ਭਾਰਤੀ ਵੀ ਕਹਿ ਸਕਦੇ ਹਾਂ, ਜਾਂ ਉਹਨਾਂ ਨੂੰ ਕਹਿ ਸਕਦੇ ਹਾਂ ਅਸੀਂ NRI ਮਤਲਬ ਨੋਨ ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਸੋ ਜਿਹੜੇ ਇਹ ਬਾਹਰਲੇ ਲੋਕਾਂ ਨੂੰ ਸਾਡੇ ਦੇਸ਼ ਨਾਲ ਕਨੈਕਟ ਕੀਤਾ ਜਾਵੇ, ਸੋ ਇਸ ਕਰਕੇ ਇਹਨਾਂ ਨੇ ਇੱਕ ਨਵਾਂ ਪੋਰਟਲ ਲਾਂਚ ਕੀਤਾ, ਇੱਕ ਵੈਬਸਾਈਟ ਕਹਿ ਸਕਦੇ ਹੋ ਤੁਸੀਂ। ਉਸਦਾ ਨਾਮ ਹੈਗਾ ਗਲੋਬਲ ਪ੍ਰਵਾਸੀ ਰਿਸ਼ਤਾ ਪੋਰਟਲ, ਠੀਕ ਹੈ। ਕਿਹੜੇ ਮਿਨਿਸਟਰੀ ਨੇ ਲਾਂਚ ਕੀਤਾ? ਇਹ ਕੀਤਾ ਜੀ ਐਕਸਟਰਨਲ ਅਫੇਅਰ ਮਿਨਿਸਟਰੀ, ਠੀਕ ਹੈ। ਐਕਸਟਰਨਲ ਅਫੇਅਰ ਮਿਨਿਸਟਰੀ ਦੇਖੋ, ਕੋਈ ਵੀ ਫੋਰਨ ਨਾਲ ਜਿਹੜਾ ਕੋਈ ਕੰਮ ਰਿਲੇਟਡ ਹੁੰਦਾ ਹੈ ਉਹ ਸਾਡੀ ਐਕਸਟਰਨਲ ਅਫੇਅਰ ਮਿਨਿਸਟਰੀ ਦੇਖਦੀ ਹੈ। ਸੋ ਬਾਹਰਲੇ ਲੋਕਾਂ ਨੂੰ ਜੋੜਨਾ, ਐਸੇ ਕਰਕੇ ਇਹ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਲਾਂਚ ਕੀਤਾ ਗਲੋਬਲ ਪ੍ਰਵਾਸੀ ਰਿਸ਼ਤਾ ਪੋਰਟਲ। ਸਾਡੇ ਕੌਣ ਨੇ ਐਕਸਟਰਨਲ ਅਫੇਅਰ ਮਿਨਿਸਟਰ? ਐਕਸਟਰਨਲ ਅਫੇਅਰ ਮਿਨਿਸਟਰ ਨੂੰ ਅਸੀਂ ਫੋਰਨ ਮਿਨਿਸਟਰ ਵੀ ਕਹਿੰਦੇ ਹਾਂ, ਠੀਕ ਹੈ। ਫੋਰਨ ਮਿਨਿਸਟਰ ਸਾਡੇ ਫੋਰਨ ਮਿਨਿਸਟਰ ਕੌਣ ਨੇ? ਡਾਕਟਰ ਸੁਬਰਮਨਿਅਮ ਜੈਸ਼ੰਕਰ, ਠੀਕ ਹੈ। ਡਾਕਟਰ ਸੁਬਰਮਨਿਅਮ ਜੈਸ਼ੰਕਰ ਸਾਡੇ ਫੋਰਨ ਦੇ ਮਿਨਿਸਟਰ ਨੇ। ਔਰ ਤੁਸੀਂ ਐਕਸਟਰਨਲ ਅਫੇਅਰ ਮਿਨਿਸਟਰ ਵੀ ਕਹਿ ਸਕਦੇ ਹੋ, ਠੀਕ ਹੈ। ਔਰ ਇਹ ਜਿਹੜਾ ਅਸੀਂ NRI ਡੇ ਮਨਾਉਂਦੇ ਹਾਂ, ਕਦੋਂ ਮਨਾਉਂਦੇ ਹਾਂ? ਇਹ ਮਨਾਉਂਦੇ ਹਾਂ 9 ਜਨਵਰੀ ਨੂੰ। NRI ਮੀਨਸ ਨੋਨ ਰੈਜ਼ੀਡੈਂਟ ਆਫ ਇੰਡੀਆ। ਹਰ ਸਾਲ ਅਸੀਂ 9 ਜਨਵਰੀ ਨੂੰ ਮਨਾਉਂਦੇ ਹਾਂ। ਕਿਉਂ ਮਨਾਉਂਦੇ ਹਾਂ? ਕਿਉਂਕਿ ਇਸ ਦਿਨ ਸਾਡੇ ਜਿਹੜੇ ਮਹਾਤਮਾ ਗਾਂਧੀ ਜੀ ਸੀਗੇ ਉਹ ਦੱਖਣ ਅਫਰੀਕਾ ਤੋਂ ਭਾਰਤ ਵਾਪਸ ਆਏ ਸੀ, ਠੀਕ ਹੈ। ਸੋ 9 ਜਨਵਰੀ ਨੂੰ ਇਹ ਵਾਪਸ ਆਏ ਸੀਗੇ, ਦੱਖਣ ਅਫਰੀਕਾ ਤੋਂ ਭਾਰਤ ਆਏ ਸੀ। ਸੋ ਐਸੇ ਕਰਕੇ ਅਸੀਂ ਹਰ ਸਾਲ 9 ਜਨਵਰੀ ਨੂੰ ਮਨਾਉਂਦੇ ਹਾਂ NRI ਡੇ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ, ਭਾਰਤ ਕਿਹੜੇ 2 ਰਾਜਾਂ ਵਿੱਚ ਡਿਫੈਂਸ ਕੋਰੀਡੋਰ ਬਣਾ ਰਿਹਾ ਹੈ, ਠੀਕ ਹੈ। ਡਿਫੈਂਸ ਦੇ 2 ਨਵੇਂ ਕੋਰੀਡੋਰ ਬਣ ਰਹੇ ਨੇ ਇੰਡੀਆ ਦੇ ਵਿੱਚ। ਕਿਹੜੀ ਸਟੇਟ ਦੇ ਵਿੱਚ? UP ਐਂਡ ਤਾਮਿਲਨਾਡੂ। UP ਕਹਿੰਦੇ ਜੀ ਉੱਤਰ ਪ੍ਰਦੇਸ਼ ਨੂੰ, UP ਐਂਡ ਤਾਮਿਲਨਾਡੂ ਦੋਨਾਂ ਸਟੇਟਾਂ ਦੇ ਵਿੱਚ ਡਿਫੈਂਸ ਕੋਰੀਡੋਰ ਬਣ ਰਹੇ ਨੇ, ਠੀਕ ਹੈ। ਸੋ UP ਬਾਰੇ ਦੇਖ ਲਓ। UP ਜਿਹੜੀ ਸਟੇਟ ਹੈ ਉੱਤਰ ਪ੍ਰਦੇਸ਼, ਉਸ ਦੀ ਕੈਪੀਟਲ ਹੈਗੀ ਜੀ ਲਖਨਊ। UP ਦੇ ਵਿੱਚ ਮੁੱਖ ਮੰਤਰੀ ਹੈਗੇ ਨੇ ਯੋਗੀ ਆਦਿੱਤਿਆਨਾਥ। ਔਰ UP ਦੇ ਗਵਰਨਰ ਕੌਣ ਹੈ ਜੀ? ਸ਼੍ਰੀਮਤੀ ਆਨੰਦੀਬੇਨ ਪਟੇਲ, ਠੀਕ ਹੈ। ਸੋ ਸ਼੍ਰੀਮਤੀ ਆਨੰਦੀਬੇਨ ਪਟੇਲ ਇਹ ਹੈਗੀ ਹੈ ਗਵਰਨਰ ਆਫ UP। ਸੋ ਇਹਦੇ ਕੋਲ MP ਦਾ ਵੀ ਚਾਰਜ ਹੈ, MP ਦੀ ਵੀ ਇਹ ਗਵਰਨਰ ਹੈ, ਠੀਕ ਹੈ। ਸ਼੍ਰੀਮਤੀ ਆਨੰਦੀਬੇਨ ਪਟੇਲ ਇਹ UP ਐਂਡ MP ਦੋਨਾਂ ਦੀ ਗਵਰਨਰ ਹੈ, ਠੀਕ ਹੈ। ਦੇਖੋ UP MP ਈਜ਼ੀਲੀ ਯਾਦ ਹੋਊਗਾ, ਠੀਕ ਹੈ। ਸੋ ਆਨੰਦੀਬੇਨ ਪਟੇਲ ਕਿਹਦੀ ਗਵਰਨਰ ਹੈ? UP ਐਂਡ MP। ਹੁਣ ਦੇਖੋ ਜੀ ਤਾਮਿਲਨਾਡੂ ਦੀ ਕੈਪੀਟਲ ਕੀ ਹੈ? ਤਾਮਿਲਨਾਡੂ ਦੀ ਕੈਪੀਟਲ ਹੈਗੀ ਚੇਨਈ। ਔਰ ਤਾਮਿਲਨਾਡੂ ਦੇ ਮੁੱਖ ਮੰਤਰੀ ਕੌਣ ਨੇ? ਐਡਾਪਡੀ ਕੇ ਪਲਨਸਵਾਮੀ, ਠੀਕ ਹੈ ਜੀ। ਐਡਾਪਡੀ ਕੇ ਪਲਨਸਵਾਮੀ ਹੈਗੇ ਤਾਮਿਲਨਾਡੂ ਦੇ ਮੁੱਖ ਮੰਤਰੀ। ਔਰ ਤਾਮਿਲਨਾਡੂ ਦੇ ਗਵਰਨਰ ਕੌਣ ਹੈ? ਗਵਰਨਰ ਹੈਗੇ ਜੀ ਬਨਵਾਰੀ ਲਾਲ ਪੁਰੋਹਿਤ, ਠੀਕ ਹੈ। ਤਾਮਿਲਨਾਡੂ ਦੇ ਗਵਰਨਰ ਕੌਣ ਨੇ? ਬਨਵਾਰੀ ਲਾਲ ਪੁਰੋਹਿਤ। ਇੱਕ ਆ ਗਿਆ ਜੀ ਗੌਤਮ ਬੁੱਧ ਨਗਰ, ਠੀਕ ਹੈ। ਗੌਤਮ ਬੁੱਧ ਨਗਰ ਕਿਸ ਨੂੰ ਕਿਹਾ ਜਾਂਦਾ ਹੈ? ਸੋ ਤੁਸੀਂ ਨੋਇਡਾ ਜਾਂ ਗ੍ਰੇਟਰ ਨੋਇਡਾ ਦਾ ਨਾਮ ਜ਼ਰੂਰ ਸੁਣਿਆ ਹੋਏਗਾ। ਨੋਇਡਾ ਐਂਡ ਗ੍ਰੇਟਰ ਨੋਇਡਾ ਦੋਨਾਂ ਨੂੰ ਮਿਲਾ ਦਈਏ ਤਾਂ ਜਿਹੜਾ ਨਗਰ ਬਣਦਾ ਉਸ ਨੂੰ ਬੋਲਦੇ ਨੇ ਜੀ ਗੌਤਮ ਬੁੱਧ ਨਗਰ, ਠੀਕ ਹੈ। ਗੌਤਮ ਬੁੱਧ
ਨਗਰ। ਔਰ ਇਹ ਨੋਇਡਾ ਪੈਂਦਾ ਕਿੱਥੇ ਹੈ? ਨੋਇਡਾ ਜਾਂ ਗ੍ਰੇਟਰ ਨੋਇਡਾ, ਇਹ ਦੋਨੋਂ ਪੈਂਦੇ ਨੇ ਜੀ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ। ਠੀਕ ਹੈ, ਉੱਤਰ ਪ੍ਰਦੇਸ਼ ਦੀ ਕੈਪੀਟਲ ਹੈਗੀ ਲਖਨਊ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹੈਗੇ ਯੋਗੀ ਆਦਿੱਤਿਆਨਾਥ। ਔਰ ਉੱਤਰ ਪ੍ਰਦੇਸ਼ ਦੀ ਗਵਰਨਰ ਕੌਣ ਹੈ? ਸ਼੍ਰੀਮਤੀ ਆਨੰਦੀਬੇਨ ਪਟੇਲ। ਸ਼ੀ ਇਜ਼ ਆਲਸੋ ਗਵਰਨਰ ਆਫ MP। ਠੀਕ ਹੈ, ਯੂਪੀ ਐਂਡ MP ਦੀ ਗਵਰਨਰ ਕੌਣ ਹੈ? ਯੂਪੀ ਐਂਡ MP ਦੀ ਗਵਰਨਰ ਹੈ ਸ਼੍ਰੀਮਤੀ ਆਨੰਦੀਬੇਨ ਪਟੇਲ। ਔਰ ਜਿਹੜਾ ਇੱਕ ਇਹ ਗ੍ਰੇਟਰ ਨੋਇਡਾ, ਇੱਥੇ ਕਿ ਦੋ ਕੀ ਹੈ ਨਵੇਂ ਬਣ ਰਹੇ ਨੇ। ਇੱਕ ਤਾਂ ਹੈਗਾ ਮਲਟੀ ਮੋਡਲ ਲੌਜਿਸਟਿਕ ਹੱਬ। ਠੀਕ ਹੈ, ਮਲਟੀ ਮੋਡਲ ਲੌਜਿਸਟਿਕ ਹੱਬ ਬਣ ਰਹੀ ਹੈ। ਇੱਕ ਬਣ ਰਿਹਾ ਮਲਟੀ ਮੋਡਲ ਟਰਾਂਸਪੋਰਟ ਹੱਬ, ਲੌਜਿਸਟਿਕ ਹੱਬ ਔਰ ਸੈਕਿੰਡ ਬਣ ਰਿਹਾ ਟਰਾਂਸਪੋਰਟ ਹੱਬ। ਇਹ ਦੋਨੋਂ ਚੀਜ਼ਾਂ ਬਣ ਰਹੀਆਂ ਨੇ ਗ੍ਰੇਟਰ ਨੋਇਡਾ ਦੇ ਵਿੱਚ। ਸੋ ਨੈਕਸਟ ਕੁਐਸਚਨ ਹੈਗਾ, ਭਾਰਤ ਨੇ ਕਿਹੜੇ ਦੇਸ਼ ਨਾਲ ਅੰਤਰਿਕਸ਼ ਸ਼ਾਂਤੀ ਬਣਾਈ ਰੱਖਣ ਲਈ ਸਮਝੌਤਾ ਕੀਤਾ ਹੈ? ਠੀਕ ਹੈ, ਅੰਤਰਿਕਸ਼ ਦੇ ਵਿੱਚ ਦੇਖੋ ਜਿਹੜੇ ਜਹਾਜ਼ ਵਗੈਰਾ ਚੱਲਦੇ ਆ ਉਹਦੀ ਸ਼ਾਂਤੀ ਬਣਾਈ ਰੱਖਣ ਲਈ। ਸੋ ਸਾਡੇ ਇੰਡੀਆ ਨੇ ਕਿਹੜੇ ਦੇਸ਼ ਦੇ ਨਾਲ ਸਮਝੌਤਾ ਕੀਤਾ? ਅਸੀਂ ਕੀਤਾ ਜੀ ਭੂਟਾਨ ਦੇ ਨਾਲ। ਕਿਹੜੇ ਦੇਸ਼ ਨਾਲ ਕੀਤਾ? ਭੂਟਾਨ। ਭੂਟਾਨ ਦੀ ਕੈਪੀਟਲ ਹੈਗੀ ਥਿੰਪੂ। ਭੂਟਾਨ ਦੇ ਵਿੱਚ ਕਰੰਸੀ ਚੱਲਦੀ ਹੈ ਜੀ ਨਗਲਤਰਮ। ਔਰ ਭੂਟਾਨ ਦੇ ਮੁੱਖ ਮੰਤਰੀ ਕੌਣ ਨੇ? ਲੋਟੇ ਤਸ਼ਰਿੰਗ। ਠੀਕ ਹੈ, ਲੋਟੇ ਤਸ਼ਰਿੰਗ ਇਹ ਹੈਗੇ ਭੂਟਾਨ ਦੇ ਪ੍ਰਾਈਮ ਮਿਨਿਸਟਰ। ਠੀਕ ਹੈ, ਜਿਸ ਤਰ੍ਹਾਂ ਸਾਡਾ ਮੋਦੀ ਹੈ PM, ਸੋ ਉਸ ਤਰ੍ਹਾਂ ਭੂਟਾਨ ਦਾ ਹੈਗਾ ਜੀ ਲੋਟੇ ਤਸ਼ਰਿੰਗ। ਸੋ ਨੈਕਸਟ ਦੇਖੋ, ਭਾਰਤ ਕਿਹੜੀ ਮਿਜ਼ਾਈਲ ਦਾ ਐਕਸਪੋਰਟ ਕਰਨ ਜਾ ਰਿਹਾ? ਠੀਕ ਹੈ, ਐਕਸਪੋਰਟ ਦਾ ਮਤਲਬ ਕਿ ਹੁਣ ਇਹ ਅਸੀਂ ਕੋਈ ਚੀਜ਼ ਬਾਹਰ ਭੇਜਿਆ ਕਰਾਂਗੇ ਇੰਡੀਆ ਤੋਂ ਵੇਚਣ ਲਈ। ਠੀਕ ਹੈ, ਇੰਪੋਰਟ ਦਾ ਮਤਲਬ ਹੁੰਦਾ ਕੋਈ ਚੀਜ਼ ਅਸੀਂ ਜਿਹੜੀ ਮੰਗਵਾਉਂਦੇ ਹਾਂ ਇੰਡੀਆ ਦੇ ਵਿੱਚ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਆਈਫੋਨ ਕੀ ਹੈ, ਅਸੀਂ ਅਮਰੀਕਾ ਦੇ ਵਿੱਚੋਂ ਇੰਪੋਰਟ ਕਰਦੇ ਹਾਂ, ਮੰਗਵਾਉਂਦੇ ਹਾਂ। ਠੀਕ ਹੈ, ਡਿਜ਼ਾਈਨਡ ਬਾਈ ਕੈਲੀਫੋਰਨੀਆ ਲਿਖਿਆ ਹੁੰਦਾ ਉਸ ਦੇ ਉੱਪਰ। ਠੀਕ ਹੈ, ਅਗਰ ਕੋਈ ਚੀਜ਼ ਅਸੀਂ ਇੰਡੀਆ ਤੋਂ ਬਾਹਰ ਭੇਜਾਂਗੇ ਉਸ ਚੀਜ਼ ਨੂੰ ਬੋਲਦੇ ਆ ਐਕਸਪੋਰਟ। ਹੁਣ ਭਾਰਤ ਕੀ ਇੱਕ ਮਿਜ਼ਾਈਲਾਂ ਬਣਾਉਣ ਲੱਗ ਗਿਆ, ਸਾਡੇ ਖੁਦ ਦੀਆਂ ਭਾਰਤੀ ਮਿਜ਼ਾਈਲਾਂ ਜਿਹੜੀਆਂ ਅਸੀਂ ਬਾਹਰ ਭੇਜਿਆ ਕਰਾਂਗੇ। ਉਸ ਮਿਜ਼ਾਈਲ ਦਾ ਨਾਮ ਕੀ ਹੈ? ਉਸ ਦਾ ਨਾਮ ਹੈਗਾ ਆਕਾਸ਼ ਮਿਜ਼ਾਈਲ। ਠੀਕ ਹੈ ਜੀ, ਆਕਾਸ਼ ਮਿਜ਼ਾਈਲ ਅਸੀਂ ਹੁਣ ਐਕਸਪੋਰਟ ਕਰਿਆ ਕਰਾਂਗੇ। ਸੋ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਿਆ ਕਰਾਂਗੇ। ਇਸ ਦੀ ਰੇਂਜ ਹੈਗੀ 25 ਕਿਲੋਮੀਟਰ, ਕਿ 25 ਕਿਲੋਮੀਟਰ ਤੱਕ ਦੀ ਕੋਈ ਅਗਰ ਕੋਈ ਟਾਰਗੇਟ ਹੈ ਉਸ ਨੂੰ ਡਿਸਟਰੋਏ ਕਰਨਾ ਇਹ ਕਰ ਸਕਦੀ ਹੈ। ਠੀਕ ਹੈ, 25 ਕਿਲੋਮੀਟਰ ਤੱਕ ਦੀ ਰੇਂਜ ਹੈ ਇਹਦੀ। ਔਰ ਜਿਹੜੀ ਇਹ ਮਿਜ਼ਾਈਲ ਹੈ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਮ ਕਰਦੀ ਹੈ। ਠੀਕ ਹੈ, ਮੌਸਮ ਚਾਹੇ ਖ਼ਰਾਬ ਹੈ ਜਾਂ ਸਹੀ ਹੈ, ਬਿਲਕੁਲ ਹਰੇਕ ਕੰਡੀਸ਼ਨ 'ਚ ਇਹ ਕੰਮ ਕਰਦੀ ਹੈ। ਆਕਾਸ਼ ਮਿਜ਼ਾਈਲ 25 ਕਿਲੋਮੀਟਰ ਦੀ ਰੇਂਜ ਹੈ। ਔਰ ਜਿਹੜੀ ਇਹ ਮਿਜ਼ਾਈਲ ਹੈਗੀ ਹੈ ਸਰਫੇਸ ਟੂ ਏਅਰ ਮਿਜ਼ਾਈਲ ਹੈ। ਠੀਕ ਹੈ, ਕੋਈ ਮਿਜ਼ਾਈਲਾਂ ਹੁੰਦੀਆਂ ਜੀ ਏਅਰ ਟੂ ਏਅਰ ਦਾ ਮਤਲਬ ਕਿ ਏਅਰ ਦੇ ਵਿੱਚੋਂ ਹੀ ਛੱਡਦੇ ਹਾਂ ਅਸੀਂ, ਏਅਰ ਦੇ ਵਿੱਚ ਹੀ ਟਾਰਗੇਟ ਕਰਦੇ ਹਾਂ। ਠੀਕ ਹੈ, ਕੋਈ ਜਹਾਜ਼ ਹੈ, ਜਹਾਜ਼ ਦੇ ਵਿੱਚੋਂ ਕੋਈ ਮਿਜ਼ਾਈਲ ਛੱਡਤੀ ਦੂਸਰੇ ਜਹਾਜ਼ ਨੂੰ ਡਿਸਟਰੋਏ ਕਰਨ ਵਾਸਤੇ, ਏਅਰ ਟੂ ਏਅਰ, ਕਿ ਏਅਰ 'ਚੋਂ ਹੀ ਛੱਡੀ ਔਰ ਏਅਰ ਦੇ ਵਿੱਚ ਹੀ ਕਿਸੇ ਟਾਰਗੇਟ ਨੂੰ ਡਿਸਟਰੋਏ ਕਰ ਰਹੀ ਹੈ। ਸਰਫੇਸ ਟੂ ਏਅਰ ਮੀਨਸ ਅਸੀਂ ਜ਼ਮੀਨ ਤੋਂ ਛੱਡ ਰਹੇ ਹਾਂ, ਸਰਫੇਸ ਮੀਨ ਜ਼ਮੀਨ ਤੋਂ ਗਰਾਊਂਡ ਤੋਂ ਛੱਡ ਰਹੇ ਹਾਂ। ਸਰਫੇਸ ਟੂ ਏਅਰ ਮਤਲਬ ਹਵਾ ਦੇ ਵਿੱਚ ਜਾ ਰਹੀ ਆ ਉਹ। ਮੰਨ ਲਓ ਕੋਈ ਜਹਾਜ਼ ਆ ਰਿਹਾ, ਅਸੀਂ ਜ਼ਮੀਨ ਦੇ ਵਿੱਚੋਂ ਕੋਈ ਮਿਜ਼ਾਈਲ ਛੱਡ ਰਹੇ ਹਾਂ ਉਸ ਨੂੰ ਡਿਸਟਰੋਏ ਕਰਨ ਵਾਸਤੇ। ਠੀਕ ਹੈ ਜੀ, ਸੋ ਡਿਫਰੈਂਸ ਹੁੰਦਾ। ਇਹ ਹੁੰਦਾ ਜੀ ਆਕਾਸ਼ ਮਿਜ਼ਾਈਲ ਕਿਸ ਤਰ੍ਹਾਂ ਦੀ ਮਿਜ਼ਾਈਲ ਹੈ? ਸਰਫੇਸ ਟੂ ਏਅਰ ਮਿਜ਼ਾਈਲ। ਨੈਕਸਟ ਕੁਐਸਚਨ ਹੈਗਾ ਸਾਡੇ ਕੋਲੇ, ਕਿਹੜੇ ਨਗਰ ਨਿਗਮ ਨੇ UNDP ਇੰਡੀਆ ਨਾਲ ਮਿਲ ਕੇ ਭਾਰਤ ਦੇ ਪਹਿਲੇ ਸੋਸ਼ਲ ਇੰਪੈਕਟ ਬੌਂਡ ਬਣਾਉਣ ਲਈ ਸਮਝੌਤਾ ਕੀਤਾ ਹੈ? ਠੀਕ ਹੈ, ਸੋ ਕਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਹਿੰਦੇ ਆ ਨਗਰ ਨਿਗਮ। ਸੋ ਕਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਸ ਨੇ UNDP ਨਾਲ ਮਿਲ ਕੇ ਕੀ ਹੈ ਇੱਕ ਨਵੇਂ ਬੌਂਡ ਬਣਾਏ ਨੇ ਜਿਨ੍ਹਾਂ ਨੂੰ ਬੋਲਦੇ ਆ ਸੋਸ਼ਲ ਇੰਪੈਕਟ ਬੌਂਡ। ਠੀਕ ਹੈ, ਇਸ ਦੇ ਵਿੱਚ ਕਿ ਤੁਸੀਂ ਇਨਵੈਸਟਮੈਂਟ ਵਗੈਰਾ ਕਰ ਸਕਦੇ ਹੋ, ਜਿਹੜੇ ਬੌਂਡਸ ਵਗੈਰਾ ਅਸੀਂ ਖਰੀਦਦੇ ਹਾਂ ਔਰ ਇਸ ਦਾ ਕਿ ਤੁਹਾਨੂੰ ਰਿਟਰਨ ਵਧੀਆ ਮਿਲ ਜਾਂਦਾ ਬੌਂਡ ਵਗੈਰਾ ਦਾ। ਠੀਕ ਹੈ, ਸੋਸ਼ਲ ਇੰਪੈਕਟ ਬੌਂਡ। ਸੋ ਕਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਹੜੀ ਇਹ UNDP ਇੰਡੀਆ ਨਾਲ ਮਿਲ ਕੇ ਬਣਾ ਰਹੀ ਹੈ? ਇਹ ਹੈਗੇ ਜੀ ਪਿੰਪਰੀ ਛਿੰਛਵਾੜ ਮਿਊਨਿਸਪਲ ਕਾਰਪੋਰੇਸ਼ਨ। ਇਹ UNDP ਮੀਨਸ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਸੋ ਜਿਹੜੀ ਸਾਡੀ UNDP ਇੰਡੀਆ ਉਹਦੇ ਨਾਲ ਮਿਲ ਕੇ ਇਹ ਬੌਂਡ ਬਣਾਏ ਨੇ ਪਿੰਪਰੀ ਛਿੰਛਵਾੜ ਨੇ। ਪਿੰਪਰੀ ਛਿੰਛਵਾੜ ਜਿਹੜੀ ਹੈਗੀ ਹੈ ਇਹ ਮਹਾਰਾਸ਼ਟਰ ਦੀ ਮਿਊਨਿਸਪਲ ਕਾਰਪੋਰੇਸ਼ਨ ਹੈ। ਠੀਕ ਹੈ, ਅਗਰ ਪੁੱਛ ਲਏ ਕਿ ਮਿਊਨਿਸਪਲ ਬੌਂਡ ਜਿਹੜੇ ਪਹਿਲੇ ਮਿਊਨਿਸਪਲ ਬੌਂਡ ਆਏ ਸੀ ਇੰਡੀਆ ਦੇ ਵਿੱਚ ਉਹ ਕਿਹੜੇ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਗਏ? ਇਹ ਕੀਤੇ ਗਏ ਬੈਂਗਲੁਰੂ। ਠੀਕ ਹੈ, ਜਿਸ ਤਰ੍ਹਾਂ ਸੋਸ਼ਲ ਇੰਪੈਕਟ ਬੌਂਡ ਦੀ ਗੱਲ ਕਰ ਰਹੇ ਹਾਂ, ਅਗਰ ਆਪਾਂ ਗੱਲ ਕਰੀਏ ਜੀ ਮਿਊਨਿਸਪਲ ਬੌਂਡ ਦੀ, ਸੋ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਦੇ ਵਿੱਚ ਸ਼ੁਰੂ ਹੋਏ ਸੀ? ਇਹ ਹੋਏ ਸੀ ਬੈਂਗਲੁਰੂ ਦੇ ਵਿੱਚ ਮਿਊਨਿਸਪਲ ਬੌਂਡ। UNDP ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ, ਇਹਦੀ ਫੁੱਲ ਫਾਰਮ ਹੈਗੀ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਇਹਦਾ ਹੈੱਡਕੁਆਟਰ ਹੈਗਾ ਜੀ ਨਿਊਯਾਰਕ ਦੇ ਵਿੱਚ। ਅਗਰ ਆਪਾਂ ਗੱਲ ਕਰੀਏ UNEP, ਇਸ ਦੀ ਫੁੱਲ ਫਾਰਮ ਹੁੰਦੀ ਹੈ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ। ਸੋ ਇਸ ਦਾ ਹੈੱਡਕੁਆਟਰ ਹੈਗਾ ਜੀ ਕੀਨੀਆ ਦੇ ਵਿੱਚ। ਕੀਨੀਆ ਦੇਸ਼ ਹੈ ਔਰ ਉਸ ਦੀ ਕੈਪੀਟਲ ਹੈਗੀ ਨੈਰੋਬੀ। ਠੀਕ ਹੈ ਜੀ, ਕੀਨੀਆ ਦੀ ਕੈਪੀਟਲ ਕੀ ਹੈ? ਨੈਰੋਬੀ। ਉੱਥੇ ਹੈਗਾ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਦਾ ਹੈੱਡਕੁਆਟਰ। ਸੋ ਨੈਕਸਟ ਕੁਐਸਚਨ ਹੈਗਾ, ਕਿਹੜੇ ਸਮਾਲ ਫਾਈਨਾਂਸ ਬੈਂਕ ਨੇ
ਨਵੇਂ IPO ਜਾਰੀ ਕੀਤੇ ਨੇ। ਪਹਿਲਾਂ ਤਾਂ IPO ਦੀ ਫੁੱਲ ਫੋਰਮ ਦੇਖ ਲਓ। IPO ਦੀ ਫੁੱਲ ਫੋਰਮ ਹੁੰਦੀ ਹੈ ਇਨੀਸ਼ੀਅਲ ਪਬਲਿਕ ਆਫਰਿੰਗ। ਇਨੀਸ਼ੀਅਲ ਪਬਲਿਕ ਆਫਰਿੰਗ, ਜਿਸ ਤਰ੍ਹਾਂ ਕੋਈ ਮਿਊਚੁਅਲ ਫੰਡ ਆਉਂਦੇ ਨੇ ਕਿਸੇ ਵੀ ਕੰਪਨੀ ਦੇ, ਜਦੋਂ ਉਹ ਪਹਿਲੀ ਵਾਰ ਵੇਚਣੇ ਸਟਾਰਟ ਕਰਦੇ ਨੇ ਉਸਦਾ ਰੇਟ ਬਹੁਤ ਹੀ ਘੱਟ ਹੁੰਦਾ, ਸੋ ਉਸ ਨੂੰ ਬੋਲਦੇ ਜੀ ਇਨੀਸ਼ੀਅਲ ਪਬਲਿਕ ਆਫਰਿੰਗ ਜਾਂ IPO ਕਹਿ ਦਿੰਦੇ ਹੋ। ਵੀ ਸਟਾਰਟਿੰਗ ਦੇ ਵਿੱਚ ਕੀ ਆਫਰ ਕਰਦੇ ਆ ਉਹ ਪਬਲਿਕ ਨੂੰ, ਠੀਕ ਹੈ, ਇਨੀਸ਼ੀਅਲ ਪਬਲਿਕ ਆਫਰ। ਸੋ ਇਹ ਕਿਹੜੇ ਸਮਾਲ ਫਾਈਨਾਂਸ ਬੈਂਕ ਨੇ ਨਵੇਂ IPO ਜਾਰੀ ਕੀਤੇ ਨੇ? ਸੋ ਇਹ ਹੈਗਾ ਫਾਈਨਾਂਸ ਬੈਂਕ ਸੂਰਿਆ ਉਦੇ, ਠੀਕ ਹੈ, ਸੂਰਿਆ ਉਦੇ ਸਮਾਲ ਫਾਈਨਾਂਸ ਬੈਂਕ ਨੇ ਨਵੇਂ IPO ਜਾਰੀ ਕੀਤੇ ਨੇ। ਇਹ ਕਦੋਂ ਕੀਤੇ ਨੇ? ਸੈਬੀ ਦੀ ਮਨਜ਼ੂਰੀ ਲੈਣ ਉਪਰੰਤ। ਕਿਸੇ ਫਾਈਨਾਂਸ ਬੈਂਕ ਨੇ ਜਾਂ ਸਮਾਲ ਫਾਈਨਾਂਸ ਬੈਂਕ ਨੇ IPO ਜਾਰੀ ਕਰਨਾ ਤਾਂ ਸੈਬੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ, ਠੀਕ ਹੈ। ਸੈਬੀ ਕੀ ਹੈ? ਸੈਬੀ ਦੀ ਫੁੱਲ ਫੋਰਮ ਹੁੰਦੀ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਠੀਕ ਹੈ। ਸੈਬੀ ਦੀ ਜਿਹੜੀ ਕੀ ਆ ਫੁੱਲ ਫੋਰਮ ਹੈਗੀ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਇਸ ਦਾ ਹੈੱਡਕੁਆਟਰ ਹੈਗਾ ਜੀ ਮੁੰਬਈ ਦੇ ਵਿੱਚ। ਸੈਬੀ ਬਣੀ ਕਦੋਂ ਸੀ? 1992 ਦੇ ਵਿੱਚ। ਔਰ ਸੈਬੀ ਦੇ ਚੇਅਰਮੈਨ ਹੈਗੇ ਨੇ ਅਜੇ ਤਿਆਗੀ, ਅਜੇ ਤਿਆਗੀ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ, ਜੇਕਰ ਕਿਸੇ ਕੰਪਨੀ ਨੇ 50 ਲੱਖ ਤੋਂ ਉੱਪਰ ਦਾ ਕਾਰੋਬਾਰ ਕਰਨਾ ਹੋਵੇ ਤਾਂ ਕਿੰਨੇ ਪ੍ਰਤੀਸ਼ਤ GST ਨਗਦ ਜਮ੍ਹਾਂ ਕਰਵਾਉਣਾ ਪਿਆ ਕਰੇਗਾ? ਅਗਰ ਕਿਸੇ ਵੀ ਬਿਜ਼ਨਸ ਪਰਸਨ ਦਾ ਹੁਣ ਤੋਂ ਕੀ 50 ਲੱਖ ਤੋਂ ਉੱਪਰ ਦਾ ਕਾਰੋਬਾਰ ਹੈ ਮਹੀਨੇ ਦਾ, ਤਾਂ ਉਹਨਾਂ ਨੂੰ ਕੀ GST ਪੇ ਕਰਨਾ ਪਿਆ ਕਰੇਗਾ ਨਗਦ, ਮਤਲਬ ਕੈਸ਼। ਕਿੰਨੇ %? ਸੋ ਆਨਸਰ ਹੈਗਾ ਜੀ 1%। 1% GST ਤੁਹਾਨੂੰ ਕੈਸ਼ ਪੇ ਕਰਨਾ ਪਿਆ ਕਰੇ। ਇਹ ਜਿਹੜੀ ਘੋਸ਼ਣਾ ਕੀਤੀ ਹੈ ਜਾਂ ਅਨਾਊਂਸਮੈਂਟ ਕਿਹਨੇ ਕੀਤੀ ਹੈ? CBIC ਜਿਹੜਾ ਡਿਪਾਰਟਮੈਂਟ ਆ ਉਸਦਾ ਪੂਰਾ ਨਾਮ ਹੈਗਾ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ, ਠੀਕ ਹੈ। CBIC ਦੀ ਫੁੱਲ ਫੋਰਮ ਕੀ ਹੈ? ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ। ਭਾਰਤ ਦੇ ਕਿੰਨੇ ਰਾਜਾਂ ਵਿੱਚ ਲਾਈਟ ਹਾਊਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ, ਠੀਕ ਹੈ। ਸੋ ਇਹ ਲਾਈਟ ਹਾਊਸ ਪ੍ਰੋਜੈਕਟ ਲਗਾਏ ਜਾ ਰਹੇ ਨੇ ਇੰਡੀਆ ਦੇ ਵਿੱਚ। ਸੋ ਕਿੰਨੇ ਨੰਬਰ ਆਫ ਸਟੇਟਸ ਦੇ ਵਿੱਚ ਲਗਾਏ ਜਾ ਰਹੇ ਨੇ? ਇਹ ਹੈਗੇ ਜੀ 6 ਸਟੇਟਸ। ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। 6 ਸਟੇਟ ਦੇ ਵਿੱਚ ਕੀ ਲਾਈਟ ਹਾਊਸ ਪ੍ਰੋਜੈਕਟ ਲਗਾਏ ਜਾ ਰਹੇ ਨੇ। ਸੋ ਇਹ ਸਟੇਟਾਂ ਕਿਹੜੀਆਂ ਨੇ? ਮੱਧ ਪ੍ਰਦੇਸ਼ ਦੇ ਵਿੱਚ ਇੰਦੌਰ ਸਿਟੀ ਹੈ, ਠੀਕ ਹੈ। ਮੱਧ ਪ੍ਰਦੇਸ਼ ਦੀ ਇੰਦੌਰ ਸਿਟੀ, ਉੱਥੇ ਬਣੇਗਾ ਇਹ ਲਾਈਟ ਹਾਊਸ ਪ੍ਰੋਜੈਕਟ। ਸੈਕਿੰਡ ਹੈਗਾ ਜੀ ਗੁਜਰਾਤ ਦੇ ਵਿੱਚ ਹੈਗੀ ਹੈ ਰਾਜਕੋਟ ਸਿਟੀ, ਠੀਕ ਹੈ, ਰਾਜਕੋਟ ਸਿਟੀ, ਉੱਥੇ ਬਣੇਗਾ ਇਹ ਲਾਈਟ ਹਾਊਸ ਪ੍ਰੋਜੈਕਟ। ਨੈਕਸਟ ਹੈਗਾ ਜੀ ਤਾਮਿਲਨਾਡੂ ਦੀ ਚੇਨਈ ਦਾ ਕੈਪੀਟਲ ਹੀ ਹੈ। ਬਾਕੀ ਚਾਰਾਂ ਦੀ ਕੈਪੀਟਲ ਹੀ ਹੈ, ਠੀਕ ਹੈ। ਚਾਰ ਜਿਹੜੀਆਂ ਸਟੇਟਾਂ ਨੇ ਕੈਪੀਟਲ ਹੈ ਤਾਮਿਲਨਾਡੂ, ਚੇਨਈ, ਝਾਰਖੰਡ ਦੀ ਰਾਂਚੀ, ਤ੍ਰਿਪੁਰਾ ਦੀ ਅਗਰਕਲਾ ਔਰ UP ਦੀ ਲਖਨਊ, ਠੀਕ ਹੈ। ਚਾਰਾਂ ਦੀ ਸਟੇਟ ਦੇ ਵਿੱਚ ਹੈ ਤਾਮਿਲਨਾਡੂ, ਝਾਰਖੰਡ, ਤ੍ਰਿਪੁਰਾ ਐਂਡ UP। ਜਿਹੜੇ ਫਸਟ 2 ਦਿੱਤੀਆਂ ਇਹਨਾਂ ਦੇ ਸ਼ਹਿਰ ਨੇ, ਮਤਲਬ ਕੈਪੀਟਲ ਨਹੀਂ ਕਹਿ ਸਕਦੇ। ਦੇਖੋ ਮੱਧ ਪ੍ਰਦੇਸ਼ ਦੀ ਕੈਪੀਟਲ ਤਾਂ ਭੋਪਾਲ ਹੁੰਦੀ ਹੈ, ਪਰ ਜਿਹੜਾ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਇੰਦੌਰ ਦੇ ਵਿੱਚ ਲਗਾਇਆ ਜਾ ਰਿਹਾ। ਇੰਦੌਰ ਵੀ ਇੱਕ ਮੇਨ ਸ਼ਹਿਰ ਹੈ ਮੱਧ ਪ੍ਰਦੇਸ਼ ਦਾ। ਨੈਕਸਟ ਹੈ ਗੁਜਰਾਤ ਦੇ ਵਿੱਚ ਕੀ ਹੈ? ਰਾਜਕੋਟ, ਠੀਕ ਹੈ। ਸੋ ਇਹ ਜ਼ਰੂਰ ਤੁਸੀਂ ਯਾਦ ਰੱਖਣੇ 6 ਸਟੇਟਾਂ ਜਿੱਥੇ ਕਿ ਲਾਈਟ ਹਾਊਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਸੋ ਨੈਕਸਟ ਹੈਗਾ ਜੀ, ਕਿਹੜੇ ਰਾਜਾਂ ਨੇ 5 ਸਾਲ ਲਈ ਨਵੀਂ ਸੌਰ ਊਰਜਾ ਨੀਤੀ ਦੀ ਘੋਸ਼ਣਾ ਕੀਤੀ ਹੈ? ਸੋ ਕਿਹੜੀ ਸਟੇਟ ਹੈ ਜਿਹਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਅਗਰ ਤੁਸੀਂ ਸੋਲਰ ਦੇ ਪ੍ਰੋਜੈਕਟ ਲਗਾਉਂਦੇ ਹੋ, ਠੀਕ ਹੈ, ਸੋਲਰ ਪ੍ਰੋਜੈਕਟ ਲਾਉਂਦੇ ਹੋ ਅਤੇ ਸੋਲਰ ਦੀ ਬਿਜਲੀ ਪੈਦਾ ਕਰਦੇ ਹੋ, ਤਾਂ ਤੁਹਾਨੂੰ ਕੀ ਹੈ ਬੈਨੀਫਿਟ ਮਿਲੇਗਾ ਅਗਲੇ 25 ਸਾਲਾਂ ਵਾਸਤੇ। ਸੋ ਕਿਹੜੀ ਸਟੇਟ ਦੇ ਵਿੱਚ ਸ਼ੁਰੂ ਕੀਤਾ ਗਿਆ ਇਹ ਕੰਮ? ਇਹ ਕੀਤਾ ਗਿਆ ਜੀ ਗੁਜਰਾਤ ਦੇ ਵਿੱਚ, ਠੀਕ ਹੈ। ਗੁਜਰਾਤ ਦੇ ਵਿੱਚ ਜਿਹੜੀ ਗੁਜਰਾਤ ਦੀ ਸਰਕਾਰ ਹੈ ਉਹਨੇ ਅਨਾਊਂਸਮੈਂਟ ਕੀਤੀ ਹੈ, ਜੇਕਰ ਕੋਈ ਕੰਪਨੀ ਸੋਲਰ ਪਾਵਰ ਪਲਾਂਟ ਲਗਾਉਂਦੀ ਹੈ ਤਾਂ ਇਹ ਸਕੀਮ ਅਧੀਨ ਕੰਪਨੀ ਨੂੰ ਅਗਲੇ 25 ਸਾਲਾਂ ਤੱਕ ਫਾਇਦਾ ਮਿਲੇਗਾ, ਠੀਕ ਹੈ। ਅਗਰ ਆਉਣ ਵਾਲੇ ਹੁਣ ਜਿਹੜੇ 5 ਸਾਲ ਨੇ ਉਹਦੇ ਵਿੱਚ ਕਿਸੇ ਨੇ ਵੀ ਆਪਦਾ ਸੋਲਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਗੁਜਰਾਤ ਦੇ ਵਿੱਚ, ਤਾਂ ਉਹਨੂੰ ਆਉਣ ਵਾਲੇ 25 ਸਾਲਾਂ ਤੱਕ ਫਾਇਦਾ ਮਿਲੇਗਾ। ਔਰ ਸਰਕਾਰ ਉਹਦੇ ਤੋਂ ਕੀ ਬਿਜਲੀ ਖਰੀਦਿਆ ਕਰੇਗੀ ₹2.25, ₹2.25 ਦੇ ਹਿਸਾਬ ਨਾਲ ਪਰ ਯੂਨਿਟ, ਠੀਕ ਹੈ। ਉਹ ਸਰਕਾਰ ਕਹੇ ਕਿ ਅਸੀਂ ਖੁਦ ਖਰੀਦਿਆ ਕਰਾਂਗੇ ਸੋਲਰ ਐਨਰਜੀ। ਸੋਲਰ ਜਿਹੜੀ ਐਨਰਜੀ ਹੈ ਸਾਡਾ ਟਾਰਗੇਟ ਕੀ ਹੈ? 100 ਗੀਗਾਵਾਟ ਬਣਾਉਣਾ, ਕਿ 100 ਗੀਗਾਵਾਟ ਬਿਜਲੀ ਪੈਦਾ ਕਰਨੀ ਹੈ ਕਿਹੜੇ ਸਾਲ ਤੱਕ? 2022 ਤੱਕ, ਠੀਕ ਹੈ। ਇਹ ਸਾਡਾ ਟਾਰਗੇਟ ਹੈ ਇੰਡੀਆ ਦਾ, ਕਿ ਅਸੀਂ ਕਿਹਾ ਸੋਲਰ ਐਨਰਜੀ ਅਸੀਂ ਟਾਰਗੇਟ ਕੀਤੇ ਕਿ 100 ਗੀਗਾਵਾਟ ਬਣਾਵਾਂਗੇ 2022 ਤੱਕ। ਗੁਜਰਾਤ ਦੀ ਗੱਲ ਹੋ ਰਹੀ ਹੈ। ਗੁਜਰਾਤ ਦੀ ਕੈਪੀਟਲ ਹੈਗੀ ਜੀ ਗਾਂਧੀਨਗਰ, ਔਰ ਗੁਜਰਾਤ ਦੇ ਮੁੱਖ ਮੰਤਰੀ ਨੇ ਵਿਜੇ ਭਾਈ ਰੂਪਾਨੀ ਜੀ, ਔਰ ਗੁਜਰਾਤ ਦੇ ਗਵਰਨਰ ਕੌਣ ਨੇ? ਆਚਾਰਿਆ ਦੇਵ ਵਰਤ, ਠੀਕ ਹੈ ਜੀ। ਔਰ ਅਮਿਤ ਸ਼ਾਹ ਨੇ ਉਹਨਾਂ ਦੀ ਜਿਹੜੀ ਕੌਂਸਟੀਟਿਊਂਸੀ ਹੈ ਉਹ ਵੀ ਹੈਗੀ ਹੈ ਗਾਂਧੀਨਗਰ, ਠੀਕ ਹੈ। ਅਮਿਤ ਸ਼ਾਹ ਦੀ ਕੌਂਸਟੀਟਿਊਂਸੀ ਕਿਹੜੀ ਹੈ? ਗਾਂਧੀਨਗਰ। ਅਮਿਤ ਸ਼ਾਹ ਹੈਗੇ ਕੌਣ ਨੇ? ਇਹ ਹੈਗੇ ਸਾਡੇ ਹੋਮ ਅਫੇਅਰ ਮਿਨਿਸਟਰ, ਜਿਹੜੇ ਸਾਡੇ ਹੋਮ ਅਫੇਅਰ ਮਿਨਿਸਟਰ ਨੇ ਅਮਿਤ ਸ਼ਾਹ, ਉਹਨਾਂ ਦੀ ਕੌਂਸਟੀਟਿਊਂਸੀ ਹੈ ਗਾਂਧੀਨਗਰ, ਜੋ ਕਿ ਗੁਜਰਾਤ ਦੀ ਕੈਪੀਟਲ ਹੈ। ਔਰ
ਇੱਕ ਹੋਰ ਚੀਜ਼ ਦੱਸਦਾ ਤੁਹਾਨੂੰ ਅਮਿਤ ਸ਼ਾਹ ਬਾਰੇ, ਜਿਹੜੇ ਹੋਮ ਅਫੇਅਰ ਮਿਨਿਸਟਰ ਨੇ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਬਰਥ ਐਨਵਰਸਰੀ ਆ ਰਹੀ ਹੈ, ਜੋ ਕਿ 2022 ਦੇ ਵਿੱਚ, ਮਤਲਬ ਜਿਹੜਾ ਨੈਕਸਟ ਈਅਰ ਆ ਰਿਹਾ, ਅਗਲਾ ਸਾਲ ਆ ਰਿਹਾ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਬਰਥ ਐਨਵਰਸਰੀ ਆਏਗੀ। ਉਸ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਇੱਕ ਇਹਨਾਂ ਨੇ ਕਮੇਟੀ ਬਣਾਈ ਹੈ, ਔਰ ਇਸ ਕਮੇਟੀ ਦੇ ਹੈੱਡ ਕੌਣ ਨੇ? ਅਮਿਤ ਸ਼ਾਹ ਜਿਹੜੇ ਕਿ ਸਾਡੇ ਹੋਮ ਅਫੇਅਰ ਮਿਨਿਸਟਰ ਨੇ, ਠੀਕ ਹੈ ਜੀ। ਔਰ ਗੁਜਰਾਤ ਦੇ ਵਿੱਚ ਇੱਕ ਜਾਮਨਗਰ ਨਾਮ ਦੀ ਜਗ੍ਹਾ ਹੈ, ਜਿੱਥੇ ਕਿ ਚਿੜੀਆ ਘਰ ਬਣ ਰਿਹਾ, ਠੀਕ ਹੈ। ਪੂਰੇ ਵਰਲਡ ਦਾ ਸਭ ਤੋਂ ਵੱਡਾ ਚਿੜੀਆ ਘਰ ਬਣ ਰਿਹਾ ਜਾਮਨਗਰ ਜਗ੍ਹਾ ਦਾ ਨਾਮ ਹੈ, ਗੁਜਰਾਤ ਦੇ ਵਿੱਚ ਬਣ ਰਿਹਾ, ਠੀਕ ਹੈ ਜੀ। ਜਾਮਨਗਰ ਗੁਜਰਾਤ ਦੇ ਵਿੱਚ ਪੂਰੇ ਵਰਲਡ ਦਾ ਸਭ ਤੋਂ ਵੱਡਾ ਚਿੜੀਆ ਘਰ ਬਣਨ ਜਾ ਰਿਹਾ। ਔਰ ਜਾਮਨਗਰ ਦੀ ਇੱਕ ਹੋਰ ਚੀਜ਼ ਤੁਹਾਨੂੰ ਮੇਨ ਦੱਸਦਾ, ਇੱਥੇ ITRA ਬਣ ਰਿਹਾ। ITRA ਕੀ ਹੈ? ITRA ਹੈਗਾ ਇੰਸਟੀਟਿਊਟ ਆਫ ਟ੍ਰੇਨਿੰਗ ਐਂਡ ਰਿਸਰਚ ਇਨ ਆਯੁਰਵੇਦਾ, ਠੀਕ ਹੈ। ITRA ਦੀ ਫੁੱਲ ਫੋਰਮ ਹੈ ਇੰਸਟੀਟਿਊਟ ਆਫ ਟ੍ਰੇਨਿੰਗ ਐਂਡ ਰਿਸਰਚ ਇਨ ਆਯੁਰਵੇਦਾ। ਔਰ ਇੰਡੀਆ ਦੀ ਜਿਹੜੀ ਪਹਿਲੀ ਰਿਫਾਈਨਰੀ ਬਣ ਰਹੀ ਹੈ ਲੀਥੀਅਮ ਦੀ ਸਭ ਤੋਂ ਪਹਿਲੀ ਰਿਫਾਈਨਰੀ ਬਣ ਰਹੀ ਹੈ ਗੁਜਰਾਤ ਦੇ ਵਿੱਚ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਹੈਗਾ ਸ਼ਾਂਤਨੂ ਮਹਾਪਾਤਰਾ ਜਿਸ ਦੀ ਮੌਤ ਹੋ ਗਈ ਰੀਸੈਂਟਲੀ, ਉਹ ਕੌਣ ਸੀਗੇ? ਉਹ ਹੈਗੇ ਸੀ ਸੰਗੀਤਕਾਰ ਕਹਿ ਸਕਦੇ ਹੋ, ਮਿਊਜ਼ਿਕ ਡਾਇਰੈਕਟਰ ਸੀਗੇ ਉਹ। ਕੌਣ ਸੀਗੇ ਉਹ? ਮਿਊਜ਼ਿਕ ਦੇ ਡਾਇਰੈਕਟਰ ਸੀਗੇ ਸ਼ਾਂਤਨੂ ਮਹਾਪਾਤਰਾ। ਉੜੀਆ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ? ਉੜੀਸਾ ਦੇ ਵਿੱਚ ਬੋਲੀ ਜਾਂਦੀ ਹੈ। ਪਹਿਲਾਂ ਇਹ ਹੁੰਦਾ ਸੀਗਾ ਜੀ ਉੜੀਸਾ, ਹੁਣ ਇਸ ਨੂੰ ਅਸੀਂ ਲਿਖਦੇ ਹਾਂ ਉੜੀਸਾ, ਠੀਕ ਹੈ। ਇਹ ਨਵਾਂ ਨਾਮ ਹੈ ਇਸਦਾ ਉੜੀਸਾ ਦੀ ਕੈਪੀਟਲ ਕੀ ਹੈ? ਭੁਵਨੇਸ਼ਵਰ। ਉੜੀਸਾ ਦੇ ਮੁੱਖ ਮੰਤਰੀ ਹੈਗੇ ਨਵੀਨ ਪਟਨਾਇਕ। ਔਰ ਉੜੀਸਾ ਦੇ ਗਵਰਨਰ ਕੌਣ ਹੈ ਜੀ? ਪ੍ਰੋਫੈਸਰ ਗਣੇਸ਼ੀ ਲਾਲ, ਠੀਕ ਹੈ। ਪ੍ਰੋਫੈਸਰ ਗਣੇਸ਼ੀ ਲਾਲ ਗਵਰਨਰ ਨੇ ਉੜੀਸਾ ਦੇ, ਔਰ ਮੁੱਖ ਮੰਤਰੀ ਹੈਗੇ ਨਵੀਨ ਪਟਨਾਇਕ। ਨੈਕਸਟ ਦੇਖੋ IOC ਇੰਡੀਅਨ ਆਇਲ ਕਾਰਪੋਰੇਸ਼ਨ, ਠੀਕ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਜਿਹੜੀ ਕੰਪਨੀ ਹੈ, ਉਸ ਨੇ ਕਿਹੜੇ ਸ਼ਹਿਰ ਵਿੱਚ ਆਇਲ ਰਿਫਾਈਨਰੀ ਟ੍ਰਿਬਿਊਨ ਦੀ ਨਿਗਰਾਨੀ ਰੱਖਣ ਲਈ ਦੇਸ਼ ਦਾ ਪਹਿਲਾ ਰਿਮੋਟ ਮੋਨੀਟਰਿੰਗ ਸਿਸਟਮ ਲਾਂਚ ਕੀਤਾ ਹੈ, ਠੀਕ ਹੈ। ਜਿਹੜੀ ਇੰਡੀਅਨ ਆਇਲ ਕੰਪਨੀ ਹੈ ਸਾਡੀ, ਉਹਨਾਂ ਨੇ ਕੀ ਆਪਦਾ ਇੱਕ ਮੋਨੀਟਰਿੰਗ ਸਿਸਟਮ ਲਗਾਇਆ, ਜਿਹੜਾ ਕਿ ਉਹਦੇ ਜਿੰਨੀਆਂ ਵੀ ਉਹਨਾਂ ਦੀ ਆਇਲ ਰਿਫਾਈਨਰੀਜ਼ ਦੇ ਟ੍ਰਿਬਿਊਨ ਨੇ, ਉਸ ਦੀ ਨਿਗਰਾਨੀ ਰੱਖਿਆ ਕਰੇਗਾ। ਸੋ ਕਿਹੜੇ ਸ਼ਹਿਰ ਦੇ ਵਿੱਚ ਲਗਾਇਆ? ਇਹ ਲਗਾਇਆ ਜੀ ਹੈਦਰਾਬਾਦ ਦੇ ਵਿੱਚ। ਕਿੱਥੇ ਲਗਾਇਆ? ਹੈਦਰਾਬਾਦ ਕੀ ਹੈ? ਤੇਲੰਗਾਨਾ ਸਟੇਟ ਦੀ ਕੈਪੀਟਲ ਹੈ, ਠੀਕ ਹੈ ਜੀ। ਤੇਲੰਗਾਨਾ ਸਟੇਟ ਦੀ ਕੈਪੀਟਲ ਹੈਗੀ ਹੈਦਰਾਬਾਦ। ਔਰ ਤੇਲੰਗਾਨਾ ਜਿਹੜੀ ਸਟੇਟ ਹੈ, ਉਸਦੇ ਮੁੱਖ ਮੰਤਰੀ ਹੈਗੇ ਚੰਦਰ ਸ਼ੇਖਰ ਰਾਓ। ਔਰ ਤੇਲੰਗਾਨਾ ਦੀ ਜਿਹੜੇ ਗਵਰਨਰ ਨੇ ਡਾਕਟਰ ਤਮਿਲਸਈ ਸੌਂਦਰਾਰਾਜਨ, ਠੀਕ ਹੈ। ਗਵਰਨਰ ਕੌਣ ਹੈ ਤੇਲੰਗਾਨਾ ਦੇ? ਡਾਕਟਰ ਤਮਿਲਸਈ ਸੌਂਦਰਾਰਾਜਨ। ਪਹਿਲਾਂ ਕੀ ਆਂਧਰਾ ਪ੍ਰਦੇਸ਼ ਹੁੰਦੀ ਸੀ, ਆਂਧਰਾ ਪ੍ਰਦੇਸ਼ ਦੀ ਬਾਈਫਰਕੇਸ਼ਨ ਕਰਕੇ ਤੇਲੰਗਾਨਾ ਬਣਾਈ ਸੀ। ਸੋ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਹੁਣ 2 ਸਟੇਟਸ ਨੇ, ਠੀਕ ਹੈ। ਸੋ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈਗੀ ਅਮਰਾਵਤੀ। ਆਂਧਰਾ ਪ੍ਰਦੇਸ਼ ਦੀ ਕੈਪੀਟਲ ਕੀ ਹੈ? ਅਮਰਾਵਤੀ। ਔਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ YS ਜਗਨ ਮੋਹਨ ਰੈਡੀ। ਔਰ ਆਂਧਰਾ ਪ੍ਰਦੇਸ਼ ਦੇ ਗਵਰਨਰ ਕੌਣ ਨੇ? ਵਿਸ਼ਵਾ ਭੂਸ਼ਣ ਹਰੀਚੰਦਨਨ, ਠੀਕ ਹੈ ਜੀ। ਔਰ ਦੇਖੋ ਜੀ ਆਇਲ ਦੀ ਗੱਲ ਹੋ ਰਹੀ ਹੈ, ਸਾਨੂੰ ਪੈਟਰੋਲੀਅਮ ਮਿਨਿਸਟਰ ਪਤਾ ਹੋਣੇ ਸਾਡੇ ਪੈਟਰੋਲੀਅਮ ਮਿਨਿਸਟਰ ਕੌਣ ਹੈ? ਪੈਟਰੋਲ ਦੇ ਮਿਨਿਸਟਰ ਹੈਗੇ ਸਾਡੇ ਧਰਮ ਪ੍ਰਧਾਨ, ਠੀਕ ਹੈ। ਧਰਮੇਂਦਰ ਪ੍ਰਧਾਨ। ਜਿਹੜੇ ਸਾਡੇ ਧਰਮੇਂਦਰ ਪ੍ਰਧਾਨ ਨੇ, ਇਹ ਸਾਡੇ ਪੈਟਰੋਲ ਦੇ ਵੀ ਮਿਨਿਸਟਰ ਹੈ ਔਰ ਨੈਚੁਰਲ ਗੈਸ ਦੇ ਵੀ ਮਿਨਿਸਟਰ ਹੈ, ਠੀਕ ਹੈ। ਔਰ ਇਹਨਾਂ ਕੋਲ ਇੱਕ ਸਟੀਲ ਦਾ ਡਿਪਾਰਟਮੈਂਟ ਵੀ ਹੈ, ਠੀਕ ਹੈ। ਸਟੀਲ ਡਿਪਾਰਟਮੈਂਟ, ਪੈਟਰੋਲੀਅਮ ਐਂਡ ਨੈਚੁਰਲ ਗੈਸ, ਐਸੇ ਦੇ ਮਿਨਿਸਟਰ ਹੈਗੇ ਧਰਮੇਂਦਰ ਪ੍ਰਧਾਨ। ਨੈਕਸਟ ਹੈਗਾ ਸਾਡਾ IOC ਦੇ ਚੇਅਰਮੈਨ ਕੌਣ ਨੇ? ਇੰਡੀਅਨ ਆਇਲ ਕਾਰਪੋਰੇਸ਼ਨ ਦੇ। ਇਸ ਦੇ ਚੇਅਰਮੈਨ ਹੈਗੇ ਸ਼੍ਰੀਕਾਂਤ ਮਾਧਵ ਵੇਦਿਆ, ਠੀਕ ਹੈ। ਸ਼੍ਰੀਕਾਂਤ ਮਾਧਵ ਵੇਦਿਆ, ਇਹ ਹੈਗਾ ਸਾਡੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਔਰ ਜਿਹੜੇ ਸਟੂਡੈਂਟਸ ਨੂੰ ਕੋਈ ਇਸ ਦੀ PDF ਚਾਹੀਦੀ ਤਾਂ ਸਾਡਾ ਟੈਲੀਗ੍ਰਾਮ ਦਾ ਗਰੁੱਪ ਜੁਆਇਨ ਕਰ ਲਿਓ, ਠੀਕ ਹੈ। ਟੈਲੀਗ੍ਰਾਮ ਦੇ ਉੱਪਰ ਤੁਸੀਂ ਸਰਚ ਕਰਨਾ ਸੈਮ ਅਰੋੜਾ 636, ਠੀਕ ਹੈ। ਸੈਮ ਅਰੋੜਾ 636 ਇਹ ਸਰਚ ਕਰ ਲਿਓ ਔਰ ਸਾਡਾ ਗਰੁੱਪ ਜੁਆਇਨ ਕਰ ਲਿਓ। ਉੱਥੇ ਤੁਹਾਨੂੰ ਮੈਂ ਡੇਲੀ PDFs ਪ੍ਰੋਵਾਈਡ ਕਰ ਦਿਆ ਕਰੂੰਗਾ। ਸੋ ਅਗਰ ਤੁਹਾਨੂੰ ਕਿਸੇ ਸਪੈਸ਼ਲ ਟੌਪਿਕ ਦੇ ਉੱਪਰ ਵੀਡੀਓ ਚਾਹੀਦੀ ਹੁੰਦੀ ਹੈ, ਪਲੀਜ਼ ਰਾਈਟ ਇਨ ਅ ਕਮੈਂਟ ਬਾਕਸ, ਠੀਕ ਹੈ। ਥੈਂਕ ਯੂ।